Today I would like to talk about introduction of speaking and the methods to gain more band score in this IELTS part. So let's have a look. Firstly, we will discuss about the three parts of the speaking module, such as firstly, have a look at these three parts of the speaking module. First one is intro part, second is cue card, and the third one is follow-up questions. So let's discuss these parts in a brief. So in first part, you have 4 to 5 minutes and the examiner asks you the questions till 5 minutes. So he will ask you the questions about your lifestyle, about your qualifications, study, family, friends, name, work, hobbies, and you have to give them answer according to your choice, according to your reality, and you do not have to think about the ideas and content because these are your personal questions and you have to give your own opinion. So now check it the example. ਅਗਰ ਜੇਕਰ ਤੁਹਾਨੂੰ ਕੁਐਸਚਨਸ ਪੁੱਟ ਕਰਦੇ ਐਗਜ਼ਾਮੀਨਰ ਵਟ ਡੂ ਯੂ ਲਾਈਕ ਟੂ ਡੂ ਇਨ ਯਰ ਫ੍ਰੀ ਟਾਈਮ, ਇਟ ਮੀਨਸ ਤੁਸੀਂ ਕੋਈ ਐਕਟੀਵਿਟੀ ਦੱਸਣੀ ਆ, ਤੁਸੀਂ ਕੀ ਕਰਦੇ ਹੋ ਫ੍ਰੀ ਟਾਈਮ ਦੇ ਵਿੱਚ। ਹੁਣ ਉਹ ਜੋ ਐਕਟੀਵਿਟੀ ਹੋਏਗੀ ਤੁਸੀਂ ਸਿਰਫ ਉਹੀ ਰਿਪਲਾਈ ਨਹੀਂ ਕਰਨੀ, ਉਹ ਕਿਹਦੇ ਨਾਲ ਕਰਦੇ ਹੋ ਅਤੇ ਕਿਵੇਂ ਕਰਦੇ ਹੋ, ਇਹ ਤੁਸੀਂ ਟੂ ਆਨਸਰ ਦਾ ਵੀ ਰਿਪਲਾਈ ਕਰਨਾ ਹੀ ਕਰਨਾ ਆ, ਤਾਂ ਕਿ ਨੈਕਸਟ ਉਹ ਵਾਈ ਦਾ ਕੁਐਸਚਨ ਜਾਂ ਹਾਊ ਦਾ ਕੁਐਸਚਨ ਐਗਜ਼ਾਮੀਨਰ ਨਾ ਪੁੱਛੇ। ਸੋ ਮੈਂ ਆਨਸਰ ਦਿੱਤਾ ਇੱਥੇ ਵੈਲ ਯੂਜ਼ ਕੀਤਾ, ਫਸਟ ਵਰਡ ਵੈਲ, because it's a filler, and when you use fillers such as moreover, furthermore, apart from it, on the other hand, honestly speaking, then you get the extra band score. So it is compulsory to use these fillers. After that ਮੈਂ ਯੂਜ਼ ਕੀਤਾ ਇਨ ਮਾਈ ਸਪੇਅਰ ਟਾਈਮ। ਅਗੇਨ ਅਗਰ ਸੇਮ ਆਪਾਂ ਉਹ ਜੋ ਐਗਜ਼ਾਮੀਨਰ ਨੇ ਕੁਐਸਚਨ ਵਿੱਚ ਵੋਕੈਬਸ ਯੂਜ਼ ਕੀਤੀ, ਜੋ ਐਗਜ਼ਾਮੀਨਰ ਨੇ ਕੁਐਸਚਨ ਵਿੱਚ ਵਰਡਸ ਯੂਜ਼ ਕੀਤੇ, ਉਹੀ ਐਜ਼ ਇਟ ਇਜ਼ ਆਪਾਂ ਅਗਰ ਆਨਸਰ ਵਿੱਚ ਰਿਪਲਾਈ ਕਰਦੇ ਹਾਂ ਦੈਨ ਉਹ ਕਾਪੀ ਲੱਗਦਾ ਆ। ਸੋ ਬੈਟਰ ਆ ਕਿ ਤੁਸੀਂ ਮੋਲਡ ਕਰਨ ਲਈ ਵੋਕੈਬਸ ਯੂਜ਼ ਕਰੋ, ਸਿਨੋਨਮਸ ਯੂਜ਼ ਕਰੋ। ਠੀਕ ਹੈ, ਇੱਥੇ ਮੈਂ ਸਿਨੋਨਮ ਯੂਜ਼ ਕੀਤਾ ਆ। ਫ੍ਰੀ ਟਾਈਮ ਨੂੰ ਆਪਾਂ ਸਪੇਅਰ ਟਾਈਮ ਵੀ ਕਹਿੰਦੇ ਹਾਂ, ਐਜ਼ ਵੈਲ ਐਜ਼ ਆਪਾਂ ਲੇਜ਼ਰ ਟਾਈਮ ਵੀ ਕਹਿੰਦੇ ਹਾਂ। ਸੋ ਆਫਟਰ ਦੈਟ ਮੈਂ ਹੁਣ ਦੱਸੀ ਐਕਟੀਵਿਟੀ ਕੀ ਕਰ ਰਹੀ ਹਾਂ। ਸੋ ਆਈ ਪ੍ਰੈਫਰ ਟੂ ਸਪੈਂਡ ਮਾਈ ਕੁਆਲਿਟੀ ਟਾਈਮ ਵਿਦ ਮਾਈ ਫੈਮਲੀ ਬਾਏ ਵੋਚਿੰਗ ਟੈਲੀਵਿਜ਼ਨ। ਸੋ ਇੱਥੇ ਮੈਂ ਲਾਈਕ ਦੀ ਜਗ੍ਹਾ ਮੈਂ ਪ੍ਰੈਫਰ ਕਿਹਾ ਹੈ। ਸੋ ਅਗੇਨ ਅਗਰ ਤੁਹਾਨੂੰ ਲਾਈਕ ਦੇ ਉੱਤੇ ਕੁਐਸਚਨ ਆਉਂਦਾ ਆ ਤਾਂ ਤੁਸੀਂ ਉਹਨੂੰ ਮੋਲਡ ਕਰਕੇ ਕਹਿ ਸਕਦੇ ਹੋ ਆਈ ਪ੍ਰੈਫਰ। ਸੋ ਇਫ ਯੂ ਆਲਸੋ ਕੈਨ ਯੂਜ਼ ਆਈ ਲਵ। ਸੋ ਨੈਕਸਟ, so now come to the next part of speaking module, which is cue card. ਸੋ ਇੱਥੇ ਤੁਹਾਨੂੰ ਐਗਜ਼ਾਮੀਨਰ ਇੱਕ ਟੋਪਿਕ ਦੇ ਉੱਤੇ ਕੋਈ ਵੀ ਟੋਪਿਕ ਹੋਏਗਾ ਜੋ ਇਵੈਂਟ ਤੋਂ ਰਿਲੇਟਿਡ ਹੋਏਗਾ, ਇਵੈਂਟ ਜਾਂ ਕੋਈ ਓਕੇਜ਼ਨ ਤੋਂ ਰਿਲੇਟਿਡ ਹੋ ਸਕਦਾ, ਉਹ ਇਵੈਂਟ ਪਾਸਟ ਤੋਂ ਹੋਵੇ ਰਿਲੇਟਿਡ, ਪ੍ਰੈਜੈਂਟ ਤੋਂ ਹੋਵੇ ਜਾਂ ਫਿਊਚਰ ਤੋਂ ਰਿਲੇਟਿਡ ਹੋਵੇ। ਉਹ ਟੋਪਿਕ ਦਿੱਤਾ ਜਾਏਗਾ, ਤੁਸੀਂ ਉਹਦੇ ਉੱਤੇ 1 to 2 minutes ਇਲੈਬੋਰੇਸ਼ਨ ਦੇਣੀ ਹੈ ਕੰਟੀਨਿਊ, ਐਂਡ ਤੁਹਾਡੇ ਕੋਲ 1 minute ਹੋਏਗਾ ਇਸ ਟੋਪਿਕ ਨੂੰ ਪ੍ਰੀਪੇਅਰ ਕਰਨ ਲਈ। ਐਗਜ਼ਾਮੀਨਰ ਤੁਹਾਨੂੰ ਪੈਨ ਐਂਡ ਜੋ ਪੇਜ ਆ ਉਹ ਤੁਹਾਨੂੰ ਪ੍ਰੋਵਾਈਡ ਕਰਨਗੇ, ਤੁਸੀਂ ਉਹ ਤੁਹਾਨੂੰ ਜਿਹੜਾ ਟੋਪਿਕ ਆ ਉਹ ਤੁਹਾਨੂੰ ਦੱਸਣਗੇ ਕਿਹੜਾ ਟੋਪਿਕ ਆ, ਤੁਸੀਂ ਰਾਈਟ ਡਾਊਨ ਕਰਨਾ ਹੋਏਗਾ ਆਪਦੇ ਅਕੋਰਡਿੰਗ ਕਿ ਤੁਹਾਡਾ ਟਾਈਮ ਜ਼ਿਆਦਾ ਤੋਂ ਜ਼ਿਆਦਾ ਕੰਜ਼ਿਊਮ ਨਾ ਹੋਵੇ ਉਸ ਸਿਰਫ ਕੁਐਸਚਨ ਦੇ ਉੱਤੇ। ਸੋ ਤੁਸੀਂ ਕੀ ਕਰਨਾ ਆ, ਪੈਨ ਅਤੇ ਪੈਨਸਿਲ ਜੋ ਵੀ ਤੁਹਾਨੂੰ ਮਿਲੇਗਾ, ਤੁਸੀਂ ਜੋ ਵੀ ਟੋਪਿਕ 'ਤੇ ਆਨਸਰਸ ਹੋਣਗੇ ਸ਼ੋਰਟ, ਉਹ ਤੁਸੀਂ ਰਾਈਟ ਡਾਊਨ ਕਰਨੇ ਹੋਣਗੇ ਇੰਸਟਿਡ ਆਫ ਯੂਜ਼ਿੰਗ ਔਰ ਇੰਸਟਿਡ ਆਫ ਰਾਈਟਿੰਗ ਦ ਕੁਐਸਚਨਸ ਔਰ ਟੋਪਿਕ। So here is an example check out karo, like describe a book which you like to read again and again, and a statement ਆ ਪੂਰੀ ਟੋਪਿਕ ਦੀ, ਬੁੱਕ ਦੇ ਬਾਰੇ ਆ। ਹੁਣ ਇਹਦੇ ਸਬ ਕੁਐਸਚਨਸ ਨੇ, ਨੇਮ ਆਫ ਦੈਟ ਬੁੱਕ, ਬੁੱਕ ਦਾ ਨੇਮ ਕੀ ਆ ਤੁਸੀਂ ਉਹ ਡਿਸਕਰਾਈਬ ਕਰਨਾ ਆ, ਐਂਡ ਫਰੋਮ ਵੇਅਰ ਯੂ ਪਰਚੇਜ਼ ਇਟ, ਤੁਸੀਂ ਕਿੱਥੋਂ ਪਰਚੇਜ਼ ਕੀਤੀ ਆ ਇਹ ਤੁਸੀਂ ਡਿਸਕ੍ਰਿਪਸ਼ਨ ਦੇਣੀ ਆ। ਲਾਸਟ ਵਨ ਇਜ਼ ਐਂਡ ਵਾਈ ਡੂ ਯੂ ਲਾਈਕ ਇਟ, ਤੁਸੀਂ ਕਿਉਂ ਪਸੰਦ ਕਰਦੇ ਹੋ ਇਸ ਬੁੱਕ ਨੂੰ, ਤੁਸੀਂ ਕਿਉਂ ਪ੍ਰੈਫਰ ਕਰਦੇ ਹੋ ਇਸ ਬੁੱਕ ਨੂੰ ਅਗੇਨ ਐਂਡ ਅਗੇਨ ਰੀਡ ਆਊਟ ਕਰਨ ਲਈ। ਸੋ ਇਹ ਡਿਸਕਸ਼ਨ ਤੁਸੀਂ ਕਰਨੀ ਆ। ਸੋ ਬੈਟਰ ਆ ਕਿ ਜਦੋਂ ਐਗਜ਼ਾਮੀਨਰ ਇਹ ਟੋਪਿਕ ਬੋਲਣ ਤਾਂ ਤੁਸੀਂ ਆ ਜਿਹੜੇ ਸ਼ੋਰਟ ਕੁਐਸਚਨਸ ਨੇ ਇਹਨਾਂ ਦੇ ਆਨਸਰ ਹੀ ਰਾਈਟ ਡਾਊਨ ਕਰ ਲਓ। ਲਾਈਕ ਨੇਮ ਆਫ ਦੈਟ ਬੁੱਕ, ਨੇਮ ਰਾਈਟ ਡਾਊਨ ਕਰ ਲਿਆ, ਕੋਈ ਵੀ ਤੁਸੀਂ ਕਰ ਸਕਦੇ ਹੋ। ਬੁੱਕ ਨੀਡ ਨਹੀਂ ਹੈਗੀ ਕਿ ਹੁਣ ਤੁਸੀਂ ਸੋਚਣ ਬਹਿ ਜਾਓ ਕਿ ਮੈਂ ਕਿਹੜੀ ਬੁੱਕ ਬਾਰੇ ਕਹਾਂ। ਇਟ ਮੀਨਸ ਕੀ ਆ, ਤੁਸੀਂ
ਆਪਦੀ 12th ਤੱਕ, ਸੈਕੰਡਰੀ ਕਲਾਸਿਸ ਤੱਕ ਜਾਂ ਫਿਰ ਗ੍ਰੈਜੂਏਸ਼ਨ ਤੱਕ ਜਾਂ ਕਾਲਜ ਟਾਈਮ ਤੱਕ ਜਿੰਨੀਆਂ ਵੀ ਬੁੱਕਸ ਤੁਸੀਂ ਐਕੈਡੈਮਿਕ ਦੀਆਂ ਪੜ੍ਹੀਆਂ ਨੇ ਉਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਰਿਮਾਇੰਡ ਹੋਵੇ ਤੁਸੀਂ ਉਹਦੇ ਬਾਰੇ ਇਨਫੋਰਮੇਸ਼ਨ ਦੇ ਦਿਓ। ਸੋ ਇੰਨਾ ਨੀਡ ਨਹੀਂ ਹੈਗੀ ਸੋਚਣ ਦੀ। ਲਿਟਰੇਚਰ ਬੁੱਕ ਨੋਰਮਲ ਕਹਿ ਸਕਦੇ ਹੋ ਤੁਸੀਂ ਅਗਰ ਕਾਮਰਸ ਸਟਰੀਮ ਤੋਂ ਹੈਗੇ ਹੋ ਤਾਂ ਤੁਸੀਂ ਆਪਦੀ ਅਕਾਊਂਟਸ ਦੀ, ਇਕੋਨੋਮਿਕਸ ਦੀ ਬੁੱਕ ਬਾਰੇ ਡਿਸਕਸ਼ਨ ਕਰ ਸਕਦੇ ਹੋ, ਉਹਦੇ ਬਾਰੇ ਇਨਫੋਰਮੇਸ਼ਨ ਦੇ ਸਕਦੇ ਹੋ। ਸੋ ਨੇਮ ਆਫ ਦੈਟ ਬੁੱਕ ਫਟਾਫਟ ਤੁਸੀਂ ਰਾਈਟ ਡਾਊਨ ਕਰਨਾ ਆ, ਦੈਟ ਨੇਮ ਆਫ ਦਾ ਬੁੱਕ, ਫਰੋਮ ਵੇਅਰ ਯੂ ਪਰਚੇਜ਼ ਇਟ, ਆ ਬੁੱਕ ਸਟੋਰ ਤੋਂ ਪਰਚੇਜ਼ ਕੀਤੀ, ਲਾਈਬ੍ਰੇਰੀ ਤੋਂ ਬੋਰੋ ਕੀਤੀ ਆ, ਜਾਂ ਬੋਰੋ ਫਰੋਮ ਯੋਰ ਫਰੈਂਡ, ਕਿਸੇ ਫਰੈਂਡ ਤੋਂ ਲਈ ਆ। ਜੋ ਵੀ ਇਨਫੋਰਮੇਸ਼ਨ ਦੇਣੀ ਆ ਉਹ ਤੁਸੀਂ ਇੱਕ ਰਾਈਟ ਡਾਊਨ ਕਰ ਦੋਗੇ। ਆਫਟਰ ਐਂਡ ਦ ਲਾਸਟ ਇਜ਼ ਐਂਡ ਵਾਈ ਡੂ ਯੂ ਲਾਈਕ ਇਟ, ਕਿਉਂ ਲਾਈਕ ਕਰਦੇ ਹੋ, ਜਸਟ ਇੱਕ ਤੁਸੀਂ ਕਰ ਦਿਓ ਲਾਈਕ, ਬਸ। ਆਹ 3 ਪੁਆਇੰਟਸ ਹੋ ਗਏ। ਹੁਣ ਜਦੋਂ ਤੁਸੀਂ ਆਫਟਰ ਪ੍ਰੀਪੇਅਰਿੰਗ 1 ਮਿੰਟ, ਤੁਹਾਨੂੰ 1 ਮਿੰਟ ਦਾ ਟਾਈਮ ਮਿਲਦਾ ਪ੍ਰੀਪੇਅਰ ਕਰਨ ਲਈ ਟੋਪਿਕ। ਆਫਟਰ ਦੈਟ ਜਦੋਂ ਤੁਸੀਂ ਇਲੈਬੋਰੇਸ਼ਨ ਦੇਣ ਲੱਗੋਗੇ ਤਾਂ ਤੁਸੀਂ ਕੰਟੀਨਿਊ ਬੋਲੋਗੇ। ਜਿੱਥੇ ਤੁਹਾਨੂੰ ਲੱਗ ਰਿਹਾ ਮੈਂ ਕੁਐਸਚਨ ਭੁੱਲ ਰਿਹਾ, ਉੱਥੇ ਜਸਟ ਤੁਸੀਂ ਉਹ 3 ਪਾਰਟਸ ਵਿੱਚੋਂ ਆਈਡੈਂਟੀਫਿਕੇਸ਼ਨ ਚੈੱਕ ਆਊਟ ਕਰੋਗੇ ਕਿ ਥਰਡ ਪਾਰਟ ਵਿੱਚ ਅਗਰ ਮੈਂ ਭੁੱਲ ਰਿਹਾ ਤਾਂ ਥਰਡ ਪਾਰਟ ਵਿੱਚ ਲਾਈਕ ਦੀ ਗੱਲ ਕੀਤੀ ਹੋਈ, ਇਟ ਮੀਨਸ ਕਿ ਮੈਨੂੰ ਉਹ ਬੁੱਕਸ ਦੀ ਲਾਈਕ ਜਾਂ ਪ੍ਰੈਫਰੈਂਸ ਬਾਰੇ ਦੱਸਣਾ ਹੈ ਕਿ ਮੈਂ ਕਿਉਂ ਪ੍ਰੈਫਰ ਕਰ ਰਿਹਾ। ਸੋ ਦੈਟ ਇਜ਼ ਦਾ ਮੇਨ ਪੁਆਇੰਟ। ਕਿਊ ਕਾਰਡ ਵਿੱਚ ਹਮੇਸ਼ਾ ਇਹੀ ਹੁੰਦਾ ਆ, ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਆਪਾਂ ਸੋਚੀਏ, ਆਪਣੇ ਆਈਡੀਆਜ਼, ਕੰਟੈਂਟ ਸੋਚੀਏ, ਆਪਾਂ ਵੋਕੈਬ ਸੋਚੀਏ ਕੀ ਆਪਾਂ ਨੇ ਬੋਲਣਾ ਆ। ਐਂਡ ਆਪਾਂ ਜਦੋਂ ਇਲੈਬੋਰੇਟ ਕਰਨ ਲੱਗਦੇ ਆ ਟੋਪਿਕ, ਜਦੋਂ ਐਗਜ਼ਾਮੀਨਰ ਟਾਈਮ ਦੇ ਦਿੰਦੇ ਆ ਕਿ ਸਟਾਰਟ ਯੋਰ ਟੋਪਿਕ, ਦੈਟ ਟਾਈਮ ਸਿਰਫ ਆਪਾਂ ਨੂੰ ਫਲੂਐਂਸੀ ਰੱਖਣੀ ਹੁੰਦੀ ਆ, ਆਪਣੀ ਪੋਜ਼ਿਸ ਨਹੀਂ ਲੈਣੇ ਹੁੰਦੇ, ਆਪਾਂ ਨੂੰ ਕੰਟੀਨਿਊ ਆਪਣਾ ਟੋਪਿਕ ਇਲੈਬੋਰੇਟ ਕਰਨਾ ਹੁੰਦਾ ਬਿਨਾਂ ਰੁਕੇ। ਸੋ ਬੈਟਰ ਆ ਕਿ ਆਪਣੇ ਕੋਲ ਬਿਲਕੁਲ ਐਗਜ਼ੈਕਟਲੀ ਉਸ ਚੀਜ਼ ਦੀ ਪ੍ਰੈਕਟਿਸ ਪਹਿਲਾਂ ਹੀ ਕਰਕੇ ਰੱਖੀਏ ਆਪਾਂ। ਉਹ ਪਹਿਲਾਂ ਪ੍ਰੈਕਟਿਸ ਕਿਵੇਂ ਹੋਣੀ ਆ, ਤੁਸੀਂ ਐਗਜ਼ਾਮ ਤੋਂ ਪਹਿਲਾਂ ਡੇਲੀ ਦੀ ਮਿਰਰ ਪ੍ਰੈਕਟਿਸ ਕਰੋ, ਡੇਲੀ ਦੀ ਤੁਸੀਂ ਰਿਕਾਰਡਿੰਗ ਆਪਦੀ ਕਰੋ, ਸੋ ਦੈਟ ਯੂਅਰ ਕੌਨਫੀਡੈਂਸ ਲੈਵਲ ਵਿਲ ਬੀ ਹਾਈ ਐਜ਼ ਵੈਲ ਐਜ਼ ਯੂਅਰ ਪ੍ਰੋਨਾਂਸੀਏਸ਼ਨ ਐਂਡ ਵੋਕੈਬਸ ਐਂਡ ਗ੍ਰਾਮਰ ਵਿਲ ਬੀ ਹਾਈ ਔਨ ਲੈਵਲ। ਸੋ ਨੈਕਸਟ ਥਰਡ ਪਾਰਟ ਹੈਗਾ ਆਪਣਾ ਫੋਲੋਅਪ ਕੁਐਸਚਨਸ। ਫੋਲੋਅਪ ਕੁਐਸਚਨਸ ਪਾਰਟ ਹੈਗਾ ਆ ਜੋ ਤੁਹਾਨੂੰ ਪਾਰਟ 2 ਵਿੱਚ ਟੋਪਿਕ ਮਿਲਿਆ ਸੀ ਉਸ ਤੋਂ ਹੀ ਰਿਲੇਟਡ ਕੁਐਸਚਨਸ ਪੁੱਟ ਆਊਟ ਕਰਦੇ ਨੇ ਥਰਡ ਪਾਰਟ ਵਿੱਚ, ਫੋਲੋਅਪ ਕੁਐਸਚਨਸ ਵਿੱਚ। ਇਹ ਟਾਈਮ ਕੰਜ਼ਿਊਮ ਕਰਦਾ 5 to 6 ਮਿੰਟਸ। ਵੈਲ ਇਟਸ ਆਲਸੋ ਡਿਪੈਂਡ ਔਨ ਐਗਜ਼ਾਮੀਨਰ ਐਂਡ ਦ ਸਟੂਡੈਂਟ। ਸੋ ਕਿੰਨਾ ਸਟੂਡੈਂਟ ਇਲੈਬੋਰੇਟ ਕਰਦੇ ਆ ਕੁਐਸਚਨਸ ਔਰ ਦੇਅਰ ਆਨਸਰਸ, ਔਰ ਕਿੰਨਾ ਐਗਜ਼ਾਮੀਨਰ ਇਲੈਬੋਰੇਸ਼ਨ ਦਿੰਦੇ ਆ। ਸੋ ਇਹ ਡਿਪੈਂਡ ਕਰਦਾ ਟਾਈਮਿੰਗ ਜੋ ਹੁੰਦੀ ਆ ਐਗਜ਼ਾਮੀਨਰ ਐਂਡ ਸਟੂਡੈਂਟ 'ਤੇ। ਸੋ ਪਾਰਟ ਥਰਡ ਵਿੱਚ ਉਹ ਤੁਹਾਡੇ ਤੋਂ ਕੋਈ ਵੀ ਕੁਐਸਚਨਸ ਪੁੱਟ ਆਊਟ ਕਰਨਗੇ। ਉਹ ਕੁਐਸਚਨਸ ਕਿਸ ਤੋਂ ਰਿਲੇਟਡ ਹੋਣਗੇ, ਜੋ ਤੁਸੀਂ ਟੋਪਿਕ ਕੀਤਾ ਸੀਗਾ ਕਿਊ ਕਾਰਡ ਵਿੱਚ ਉਸ ਤੋਂ ਰਿਲੇਟਡ ਸਾਰੇ ਹੋਲ ਵਰਲਡ ਨੂੰ ਲੈ ਕੇ ਚੱਲਣਗੇ, ਹੋਲ ਸੁਸਾਇਟੀ ਨੂੰ ਲੈ ਕੇ ਚੱਲਣਗੇ। ਉਹ ਸਿਰਫ ਪਰਸਨਲੀ ਤੁਹਾਡੇ ਤੋਂ ਨਹੀਂ ਪੁੱਛਣਗੇ ਕਿ ਤੁਸੀਂ ਕਿਵੇਂ ਪ੍ਰੈਫਰ ਕਰਦੇ ਇਸ ਚੀਜ਼ ਨੂੰ, ਜਾਂ ਫਿਰ ਅਗਰ ਬੁੱਕ ਦੀ ਗੱਲ ਕਰੀਏ, ਲਾਸਟ ਆਪਣਾ ਬੁੱਕ ਦਾ ਟੋਪਿਕ ਸੀਗਾ। ਸੋ ਅਗਰ ਉਹਦੇ ਟੋਪਿਕ ਬਾਰੇ ਗੱਲ ਕਰੀਏ, ਉਹ ਇਹ ਨਹੀਂ ਪੁੱਛਣਗੇ ਕਿ ਤੁਸੀਂ ਕਿੰਨੀਆਂ ਬੁੱਕਸ ਪਸੰਦ ਕਰਦੇ ਹੋ ਜਾਂ ਫਿਰ ਤੁਹਾਨੂੰ ਕਿੰਨੀਆਂ ਬੁੱਕਸ ਪੜ੍ਹਨੀਆਂ ਅੱਛੀਆਂ ਲੱਗਦੀਆਂ ਨੇ, ਇਹ ਨਹੀਂ ਪੁੱਛਣਗੇ। ਉਹ ਕੁਐਸਚਨਸ ਪੁੱਛਣਗੇ ਹੋਲ ਵਰਲਡ ਨੂੰ ਲੈ ਕੇ, ਹੋਲ ਸੁਸਾਇਟੀ ਨੂੰ ਲੈ ਕੇ, ਡੈਟ ਵਟ ਕਾਈਂਡਸ ਆਫ ਬੁੱਕਸ ਆਰ ਪ੍ਰੈਫਰਡ ਬਾਏ ਦ ਇੰਡੀਅਨ ਪੀਪਲ, ਇੱਦਾਂ ਕੁਐਸਚਨ ਪੁੱਛਣਗੇ। ਨੈਕਸਟ ਪੁੱਛ ਸਕਦੇ ਨੇ ਵਟ ਆਰ ਦ ਬੈਨੀਫਿਟਸ ਆਫ ਰੀਡਿੰਗ ਬੁੱਕਸ। ਸੋ ਇਸ ਟਾਈਪ ਦੇ ਕੁਐਸਚਨਸ ਪੁੱਟ ਆਊਟ ਕਰਨਗੇ। ਫੋਲੋਅਪ ਕੁਐਸਚਨ ਵਿੱਚ ਤੁਹਾਨੂੰ ਆਨਸਰ ਦੇਣਾ ਅਪਰੋਕਸੀਮੇਟਲੀ 4 to 5 ਲਾਈਨਸ ਦਾ, ਔਰ 4 to 5 ਲਾਈਨਸ ਦਾ ਜਿੰਨਾ ਵਧੀਆ ਤੁਸੀਂ ਆਨਸਰ ਦੇਵੋਗੇ ਵਿਦ ਵੋਕੈਬਸ, ਵਿਦ ਸਿੰਨੋਨਿਮਸ, ਜਿੰਨਾ ਤੁਸੀਂ ਪਰਫੈਕਟਲੀ ਰੈਲੇਵੈਂਟ ਆਨਸਰ ਦੇਵੋਗੇ ਓਨਾ ਹੀ ਐਗਜ਼ਾਮੀਨਰ ਤੁਹਾਡੇ ਤੋਂ ਆਨਸਰਸ ਪੁੱਟ ਆਊਟ ਘੱਟ ਕਰਨਗੇ। ਸੋ ਅਗਰ ਐਗਜ਼ਾਮੀਨਰ ਨੂੰ ਫਸਟ ਕੁਐਸਚਨ ਤੁਹਾਡੇ ਤੋਂ ਐਗਜ਼ਾਮੀਨਰ ਨੇ ਪੁੱਟ ਕੀਤਾ, ਅਗਰ ਫਸਟ ਕੁਐਸਚਨ 'ਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਇਲੈਬੋਰੇਸ਼ਨ ਦਿੱਤੀ ਆ, ਦੈਨ ਹੋ ਸਕਦਾ ਆ ਉਹ ਨੈਕਸਟ ਤੁਹਾਡੇ ਤੋਂ ਕੁਐਸਚਨ ਨਾ ਪੁੱਟ ਕਰੇ, ਉਹ ਸਿਰਫ ਫਸਟ ਫੋਲੋ ਪਾਰਟ ਵਿੱਚ ਹੀ ਤੁਹਾਨੂੰ ਜੱਜ ਕਰ ਲੇ ਕਿ ਤੁਸੀਂ ਸਪੀਕਿੰਗ ਵਿੱਚ ਕਿਵੇਂ ਹੋ, ਤੁਹਾਨੂੰ ਕਿੰਨੇ ਬੈਂਡ ਸਕੋਰ ਦੇਣੇ ਨੇ। ਸੋ ਆਪਾਂ ਚੈੱਕਆਊਟ ਕਰ ਲੈਂਦੇ ਹਾਂ। ਐਗਜ਼ਾਮਪਲ ਆ, ਸੋ ਕੁਐਸਚਨ ਹੈਗਾ ਆ ਐਗਜ਼ਾਮਪਲ ਵਿੱਚ, ਡੂ ਯੂ ਥਿੰਕ ਬੁੱਕਸ ਹੈਵ ਗ੍ਰੇਟ ਇਨਫਲੂਐਂਸ ਔਨ ਐਵਰੀਵਨਸ ਲਾਈਫ। ਸੋ ਤੁਸੀਂ ਕੀ ਸੋਚਦੇ ਹੋ ਕਿ ਜਿਹੜੀ ਬੁੱਕ ਆ ਇਨਫਲੂਐਂਸ ਉਹਦਾ ਹੈਗਾ, ਉਹਦਾ ਪ੍ਰਭਾਵ ਹੈਗਾ ਆ ਸਭ ਦੀ ਲਾਈਫ 'ਚ। ਅਗੇਨ ਇਸ ਪੂਰੀ ਹੋਲ ਸੁਸਾਇਟੀ ਦੀ ਗੱਲ ਹੋਈ ਆ, ਇਹ ਸਿਰਫ ਇੱਕ ਪਰਸਨਲ ਦੀ ਗੱਲ ਨਹੀਂ ਹੋਈ ਹੈਗੀ। ਸੋ ਆਨਸਰ ਹੈਗਾ ਆ, ਅਗੇਨ ਮੈਂ ਫਿਲਰ ਯੂਜ਼ ਕੀਤਾ, ਦੈਟ ਇਜ਼ ਡੈਫੀਨੇਟਲੀ ਯੈਸ, ਫਿਲਰ ਯੂਜ਼ ਹੋਇਆ ਆ ਅਟਰੈਕਟਿਵ ਬਣਾਉਣ ਲਈ ਆਪਣਾ ਟੋਪਿਕ। So books play major role
as people can get more and more information from books is related to every topic such as fashion, world, technology and comedy. ਸੋ ਤੁਸੀਂ ਐਵੇਂ ਹੀ ਜਿੰਨਾ ਜ਼ਿਆਦਾ ਵਧੀਆ ਯੂਜ਼ ਕਰੋਗੇ ਆਪਣੀ ਵੋਕੈਬ ਸਿਨੋਨਿਮਸ, ਜਿੰਨਾ ਜ਼ਿਆਦਾ ਇਲੈਬੋਰੇਟ ਕਰੋਗੇ ਆਪਦੇ ਫੋਲੋਅਪ ਕੁਐਸਚਨ ਨੂੰ, ਓਨਾ ਹੀ ਨੈਕਸਟ ਤੁਸੀਂ ਘੱਟ ਸਟਕ ਹੋਵੋਗੇ ਨੈਕਸਟ ਟੋਪਿਕ 'ਤੇ ਜਾਂ ਨੈਕਸਟ ਕੁਐਸਚਨ 'ਤੇ। ਸੋ ਨੈਕਸਟ there are the here are the some points how these answers are scored by IELTS experts. So examiners check some points regarding your speaking and with the accuracy they give band scores. So are 3 parts ਦੇ ਰਿਗਾਰਡਿੰਗ ਐਗਜ਼ਾਮੀਨਰ ਕਿਵੇਂ ਚੈੱਕਆਊਟ ਕਰਦੇ ਆ ਤੁਹਾਨੂੰ ਬੈਂਡ ਸਕੋਰ ਕਿੰਨੇ ਦੇਣੇ ਨੇ ਐਂਡ ਕਿਵੇਂ ਉਹ ਕੀ ਚੈੱਕਆਊਟ ਕਰਦੇ ਆ ਤੁਹਾਡੀ ਸਪੀਕਿੰਗ ਦੇ ਵਿੱਚ। ਸੋ ਫਸਟ ਇਜ਼ ਫਲੂਐਂਸੀ ਐਂਡ ਕੋਹਰੈਂਸ। ਸੋ ਫਲੂਐਂਸੀ ਚੈੱਕਆਊਟ ਹੁੰਦੀ ਆ। ਫਲੂਐਂਸੀ ਦਾ ਮੀਨਸ ਇਹ ਨਹੀਂ ਹੁੰਦਾ ਕਿ ਆਪਾਂ ਬਿਲਕੁਲ ਸਪੀਡ 'ਤੇ ਆਪਣਾ ਟੋਪਿਕ ਰੱਖਣਾ, ਆਪਾਂ ਜਸਟ ਇਲੈਬੋਰੇਸ਼ਨ ਦੇਣੀ, ਆਪਾਂ ਸਪੀਡ ਆਪਣੀ ਹਾਈ ਰੱਖਦੇ ਹਾਂ। ਦੈਟ ਇਜ਼ ਨੋਟ ਦਾ ਫਲੂਐਂਸੀ। ਫਲੂਐਂਸੀ ਮੀਨਸ ਦੈਟ ਮੋਡਰੇਟ ਸਪੀਡ ਐਂਡ ਤੁਸੀਂ ਬਿਲਕੁਲ ਪਰਫੈਕਟਲੀ ਇੱਕ ਸਮੂਥ ਦੇ ਨਾਲ ਆਪਦੀ ਇਲੈਬੋਰੇਸ਼ਨ ਦੇਵੋ, ਉਹ ਫਲੂਐਂਸੀ ਹੁੰਦੀ ਆ। ਸਪੀਡ ਆਪਣੀ ਮੋਡਰੇਟ ਰੱਖੋ, ਨੋ ਪ੍ਰੋਬਲਮ, ਬਟ ਤੁਹਾਡੇ ਪੋਜ਼ਿਸ ਨਹੀਂ ਆਉਣੇ ਚਾਹੀਦੇ। ਪੋਜ਼ਿਸ ਅਗਰ ਆਉਂਦੇ ਆ ਤਾਂ ਸਿਰਫ 2 or 3 ਸੈਕਿੰਡਸ 'ਤੇ ਤੁਸੀਂ ਬ੍ਰੇਕ ਲੈ ਸਕਦੇ ਹੋ, ਸਿਰਫ 2 or 3 ਸੈਕਿੰਡਸ, ਨੋਟ ਮੋਰ ਦੈਨ ਇਟ। ਸੋ ਦੈਟ ਇਜ਼ ਕੋਲਡ ਫਲੂਐਂਸੀ। ਐਂਡ ਨੈਕਸਟ ਕੋਹਰੈਂਸ। ਸੋ ਕੋਹਰੈਂਸ ਮੀਨਸ ਕਿ ਤੁਸੀਂ ਕਿੰਨਾ ਐਕਿਊਰੇਟ ਟੋਪਿਕ ਬੋਲ ਰਹੇ ਹੋ, ਕਿੰਨੀਆਂ ਵਧੀਆ ਰੈਲੇਵੈਂਟ ਆਪਣੇ ਆਨਸਰਸ ਦੇ ਰਹੇ ਹੋ। ਜੋ ਕੁਐਸਚਨ ਪੁੱਟ ਕੀਤਾ ਤੁਸੀਂ ਉਸੇ ਹੀ ਪੁਆਇੰਟ 'ਤੇ ਗੱਲ ਕਰ ਰਹੇ ਹੋ ਕਿ ਤੁਸੀਂ ਕੋਈ ਹੋਰ ਪੁਆਇੰਟ ਲੈ ਰਹੇ ਹੋ। ਸੋ ਦਿਸ ਇਜ਼ ਦ ਕੋਹਰੈਂਸ ਮੀਨਸ। ਸੋ ਨੈਕਸਟ ਇਜ਼ ਲੈਕਸੀਕਲ ਰਿਸੋਰਸ। ਲੈਕਸੀਕਲ ਰਿਸੋਰਸ ਮਤਲਬ ਕਿ ਜਿਹੜੇ ਤੁਸੀਂ ਅਗਰ ਤੁਸੀਂ ਬਹੁਤ ਜ਼ਿਆਦਾ ਵੋਕੈਬਸ ਯੂਜ਼ ਕਰ ਰਹੇ ਹੋ, ਸਿਨੋਨਿਮਸ ਯੂਜ਼ ਕਰ ਰਹੇ ਹੋ, ਇਟ ਮੀਨਸ ਐਗਜ਼ਾਮੀਨਰ ਜੋ ਕੁਐਸਚਨ ਪੁੱਟ ਕਰ ਰਿਹਾ ਤੁਸੀਂ ਉਹਨੂੰ ਬਹੁਤ ਮੋਲਡ ਕਰਕੇ ਆਪਦਾ ਆਨਸਰ ਦੇ ਰਹੇ ਹੋ। ਮੀਨਿੰਗ ਸੇਮ ਨਿਕਲ ਰਿਹਾ ਬਟ ਤੁਸੀਂ ਮੋਲਡ ਆਨਸਰ ਨੂੰ ਕਰ ਰਹੇ ਹੋ। ਸੋ ਵਿਦ ਦ ਵੋਕੈਬਸ ਐਂਡ ਸਿਨੋਨਿਮਸ। ਸੋ ਦੈਟ ਇਜ਼ ਦ ਲੈਕਸੀਕਲ ਰਿਸੋਰਸ ਜੋ ਬਹੁਤ ਇੰਪੋਰਟੈਂਟ ਆ ਆਇਲਸ ਵਿੱਚ। ਨੈਕਸਟ ਥਰਡ ਇਜ਼ ਗ੍ਰਾਮੈਟੀਕਲ ਰੇਂਜ ਐਂਡ ਐਕਿਊਰੇਸੀ। ਹੁਣ ਕਿੰਨਾ ਐਕਿਊਰੇਟ ਆ ਤੁਹਾਡਾ ਆਨਸਰ, ਮਤਲਬ ਕਿੰਨਾ ਪੁਆਇੰਟ ਟੂ ਪੁਆਇੰਟ ਆਨਸਰ ਆ ਅਤੇ ਕਿੰਨੀ ਤੁਹਾਡੀ ਗ੍ਰਾਮਰ ਪਰਫੈਕਟ ਹੈਗੀ ਆ, ਇਹ ਚੈੱਕ ਕਰਦੇ ਨੇ ਐਗਜ਼ਾਮੀਨਰਸ। ਨੈਕਸਟ ਲਾਸਟ ਵਨ ਇਜ਼ ਪ੍ਰੋਨਾਂਸੀਏਸ਼ਨ। ਸੋ ਪ੍ਰੋਨਾਂਸੀਏਸ਼ਨ ਤੁਹਾਡੀ ਕਿਵੇਂ ਹੈਗੀ ਆ, ਤੁਸੀਂ ਵਰਡਸ ਨੂੰ ਕਿੰਨਾ ਪਰਫੈਕਟਲੀ ਪ੍ਰੋਨਾਊਂਸ ਕਰ ਰਹੇ ਹੋ, ਇਹ ਚੈੱਕਆਊਟ ਹੁੰਦਾ ਆ। ਕਈ ਵਾਰ ਹੁੰਦਾ ਆ ਆਪਾਂ ਵਰਡਸ ਤਾਂ ਆਪਾਂ ਬਿਲਕੁਲ ਸਹੀ ਬੋਲ ਰਹੇ ਹੁੰਦੇ ਆ, ਮੀਨਿੰਗ ਆਪਣਾ ਸਹੀ ਹੁੰਦਾ ਬਟ ਆਪਣੀ ਪ੍ਰੋਨਾਂਸੀਏਸ਼ਨ ਕੀ ਹੁੰਦੀ ਆ, ਥੋੜ੍ਹੀ ਜਿਹੀ ਖ਼ਰਾਬ ਹੁੰਦੀ ਆ, ਜਿਸ ਕਰਕੇ ਐਗਜ਼ਾਮੀਨਰ ਕਿਸੇ ਜੋ ਵੀ ਵਰਡ ਆਪਾਂ ਬੋਲ ਰਹੇ ਹਾਂ ਉਹਨੂੰ ਕੁਛ ਹੋਰ ਹੀ ਵਰਡ ਸਮਝ ਲੈਂਦੇ ਆ ਜੋ ਕਿ ਰੋਂਗ ਜਾਂਦਾ ਆ ਅਕੋਰਡਿੰਗ ਟੂ ਟੋਪਿਕ। ਸੋ ਟਰਾਈ ਕਰੋ ਜਿੰਨਾ ਹੋ ਸਕੇ ਆਰਟੀਕਲਸ ਰੀਡ ਆਊਟ ਕਰੋ ਇੰਗਲਿਸ਼ 'ਤੇ ਡੇਲੀ ਰੂਟੀਨ 'ਚ, ਸੋ ਤੁਹਾਡੀ ਪ੍ਰੋਨਾਂਸੀਏਸ਼ਨ ਆ ਉਹ ਬਿਲਕੁਲ ਕਰੈਕਟ ਜਾਏ। ਆਪਦੀ ਰਿਕਾਰਡਿੰਗ ਕਰੋ, ਬੈਟਰ ਰਹੇਗਾ। ਸੋ ਨੈਕਸਟ ਸਮ ਐਗਜ਼ਾਮ ਟੈਕਨੀਕਸ ਫॉर ਆਇਲਸ ਸਪੀਕਿੰਗ। ਸੋ ਕੁਛ ਟੈਕਨੀਕਸ ਨੇ ਜੋ ਤੁਸੀਂ ਯੂਜ਼ ਕਰਕੇ ਆਪਦੇ ਜੋ ਬੈਂਡ ਸਕੋਰ ਆ ਉਹ ਹਾਈ ਕਰਵਾ ਸਕਦੇ ਹੋ। ਫਸਟ ਇਜ਼ ਮੈਮੋਰਾਈਜ਼ ਸਮ ਚੈਕਿੰਗ ਕੁਐਸਚਨਸ। ਇਟ ਮੀਨਸ ਕਿ ਕਈ ਵਾਰ ਐਵੇਂ ਹੁੰਦਾ ਆ ਕੁਛ ਸਟੂਡੈਂਟਸ ਇਹ ਸੋਚਦੇ ਆ ਕਿ ਅਗਰ ਅਸੀਂ ਅਗੇਨ ਐਗਜ਼ਾਮੀਨਰ ਨੂੰ ਕੁਐਸਚਨ ਪੁੱਛਿਆ ਦੈਨ ਉਹ ਬੈਂਡ ਸਕੋਰ ਕੱਟ ਕਰ ਲੈਣਗੇ, ਬਟ ਐਸਾ ਕੁਛ ਨਹੀਂ ਹੁੰਦਾ। ਅਗਰ ਤੁਹਾਨੂੰ ਇੱਕ ਵਾਰੀ ਕੁਐਸਚਨ ਨਹੀਂ ਸਮਝ ਆਇਆ ਦੈਨ ਤੁਸੀਂ ਐਗਜ਼ਾਮੀਨਰ ਨੂੰ ਅਗੇਨ ਆਸਕ ਕਰ ਸਕਦੇ ਹੋ ਕੁਐਸਚਨ। ਸੋ ਉਹਦੇ ਲਈ ਕੀ ਯੂਜ਼ ਕਰ ਸਕਦੇ ਹੋ ਵਰਡਸ। ਫਸਟ ਇਜ਼ ਪਾਰਡਨ ਪਲੀਜ਼। ਨੈਕਸਟ ਇਜ਼ ਕੈਨ ਯੂ ਰਿਪੀਟ ਦਿਸ ਕੁਐਸਚਨ। ਆਹ ਤੁਸੀਂ ਵਰਡਸ ਯੂਜ਼ ਕਰ ਸਕਦੇ ਹੋ। ਐਂਡ ਥਰਡ ਵਨ ਇਜ਼ ਆਈ ਡਿਡਨਟ ਅੰਡਰਸਟੈਂਡ, ਸੋ ਕੈਨ ਯੂ ਰਿਪੀਟ ਦਿਸ ਕੁਐਸਚਨ। ਸੋ ਆਹ 3 ਵਰਡਸ ਨੇ ਜੋ ਤੁਸੀਂ ਯੂਜ਼ ਕਰ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਕਿ ਮੈਨੂੰ ਕੁਐਸਚਨ ਨਹੀਂ ਸਮਝ ਆਇਆ ਹੈਗਾ। ਉਹ ਤੁਹਾਨੂੰ ਤੁਹਾਡੀ ਬਿਲਕੁਲ ਨੋਰਮਲ ਲੈਂਗੁਏਜ ਵਿੱਚ ਮੀਨਸ ਕਿ ਬਿਲਕੁਲ ਵਧੀਆ ਤਰੀਕੇ ਨਾਲ ਤੁਹਾਨੂੰ ਅਗੇਨ ਇਲੈਬੋਰੇਟ ਕੁਐਸਚਨ ਕਰ ਦੇਣਗੇ। ਸੋ ਬੈਟਰ ਆ ਕਿ ਤੁਸੀਂ ਚੁੱਪ ਰਹਿਣ ਤੋਂ ਚੰਗਾ ਜਾਂ ਕੁਛ ਹੋਰ ਕੋਈ ਇਰਰੀਲੇਵੈਂਟ ਆਨਸਰ ਦੇਣ ਤੋਂ ਚੰਗਾ ਹੈ ਕਿ ਤੁਸੀਂ ਇੱਕ ਵਾਰੀ ਉਹਨਾਂ ਨੂੰ ਅਗੇਨ ਪੁੱਟ ਕਰ ਲਓ ਕਿ ਤੁਹਾਡਾ ਕੁਐਸਚਨ ਕੀ ਸੀ ਅਗੇਨ। ਸੋ ਸੈਕਿੰਡ ਵਨ ਇਜ਼ ਅਵੋਇਡ ਰੈਪੀਟੇਸ਼ਨ ਐਂਡ ਰੀਕਰੈਕਸ਼ਨ। ਸੋ ਹਮੇਸ਼ਾ ਪੂਰੀ ਸਪੀਕਿੰਗ ਦੇ ਵਿੱਚ ਕਦੇ ਵੀ ਪੁਆਇੰਟਸ ਰਿਪੀਟ ਨਹੀਂ ਕਰਨੇ, ਕਦੇ ਵੀ ਪੁਆਇੰਟਸ ਰੀਕਰੈਕਸ਼ਨ ਨਹੀਂ ਕਰਨੇ ਹੈਗੇ, ਰੀਕਰੈਕਟ ਨਹੀਂ ਕਰਨੇ। ਇਟ ਮੀਨਸ ਕੀ ਆ। ਸੋ ਨੈਕਸਟ ਫੋਰਥ ਇਜ਼ ਡੂ ਮੋਰ ਐਂਡ ਮੋਰ
mirror practice and record your voice before going to exam. Okay, is the this is the best way. ਇਹ ਬਹੁਤ ਵਧੀਆ ਵੇ ਆ ਕਿ ਅਗਰ ਤੁਸੀਂ ਐਗਜ਼ਾਮ ਤੋਂ ਪਹਿਲਾਂ ਪ੍ਰੈਕਟਿਸ ਕਰ ਰਹੇ ਹੋ ਆਪਦੀ ਆਇਲਸ ਦੀ ਸਪੀਕਿੰਗ ਦੀ, ਦੈਨ ਆਪਦੀ ਡੇਲੀ ਇੱਕ ਟੋਪਿਕ ਲਵੋ, ਕਿਊ ਕਾਰਡ ਲਵੋ ਆਪਦਾ, ਐਂਡ ਕੋਈ ਵੀ ਹੋਰ ਇੰਟਰੋ ਪਾਰਟ ਲਵੋ ਆਪਦਾ, ਉਹਦੀ ਡੇਲੀ ਤੁਸੀਂ ਮਿਰਰ ਪ੍ਰੈਕਟਿਸ ਕਰੋ। ਇਟ ਮੀਨਸ ਮਿਰਰ ਦੇ ਸਾਹਮਣੇ ਤੁਸੀਂ ਉਸ ਟੋਪਿਕ ਨੂੰ ਆਪਦਾ ਇਲੈਬੋਰੇਟ ਕਰੋ। ਇਹਦੇ ਨਾਲ ਕੀ ਹੋਏਗਾ, ਤੁਹਾਡੀ ਹੈਜ਼ੀਟੇਸ਼ਨ ਦੂਰ ਹੋਏਗੀ, ਤੁਹਾਡਾ ਆਈ ਕੰਟੈਕਟ ਆ ਜਿਹੜਾ ਉਹ ਬਹੁਤ ਬੈਟਰ ਬਣੇਗਾ, ਉਹ ਪ੍ਰੋਪਰ ਬਣੇਗਾ, ਐਜ਼ ਵੈਲ ਐਜ਼ ਤੁਹਾਨੂੰ ਆਈਡੀਆਜ਼ ਵਿੱਚ ਪ੍ਰੋਬਲਮ ਨਹੀਂ ਆਏਗੀ ਕੋਈ ਵੀ। ਐਂਡ ਜਦੋਂ ਤੁਸੀਂ ਆਪਦੀ ਰਿਕਾਰਡ ਯੋਰ ਵੋਇਸ, ਅਗਰ ਤੁਸੀਂ ਆਪਦੀ ਰਿਕਾਰਡ ਕਰਦੇ ਹੋ ਵੋਇਸ ਮੋਬਾਈਲ ਵਿੱਚ ਜਾਂ ਕੋਈ ਵੀ ਜਿਹਦੇ ਵਿੱਚ ਵੀ ਤੁਸੀਂ ਰਿਕਾਰਡ ਕਰਨਾ ਚਾਹੁੰਦੇ ਹੋ, ਜਦੋਂ ਰਿਕਾਰਡ ਕਰਕੇ ਤੁਸੀਂ ਆਪਦੀ ਵੋਲਿਊਮ ਸੁਣੋਗੇ ਤਾਂ ਤੁਹਾਨੂੰ ਖੁਦ ਨੂੰ ਪਤਾ ਲੱਗੇਗਾ ਕਿ ਮੈਂ ਮਿਸਟੇਕਸ ਕੀ ਕੀਤੀਆਂ ਨੇ, ਮੇਰੀ ਪ੍ਰੋਨਾਂਸੀਏਸ਼ਨ ਕਿਵੇਂ ਆ, ਮੇਰੀ ਜੋ ਬੋਲਣ ਦੀ ਟੋਨ ਆ ਉਹ ਕਿਵੇਂ ਹੈਗੀ ਆ। ਠੀਕ ਹੈ, ਉਹਨੂੰ ਤੁਸੀਂ ਅੱਗੇ ਵਧੀਆ ਤਰੀਕੇ ਨਾਲ ਇੰਪਰੂਵ ਕਰ ਸਕਦੇ ਹੋ। ਸੋ ਲਾਸਟ ਵਨ ਇਜ਼ ਕੀਪ ਪ੍ਰੋਪਰ ਆਈ ਕੰਟੈਕਟ। ਅਫਕੋਰਸ ਪ੍ਰੋਪਰ ਆਈ ਕੰਟੈਕਟ ਰੱਖਣਾ ਹੈ। ਅਗਰ ਆਈ ਕੰਟੈਕਟ ਨਹੀਂ ਰੱਖਦਾ ਤਾਂ ਐਗਜ਼ਾਮੀਨਰ ਨੂੰ ਲੱਗਦਾ ਹੈ ਇਹ ਸਟੂਡੈਂਟ ਨੂੰ ਹਜੇ ਕੁਛ ਨਹੀਂ ਆ ਰਿਹਾ ਹੈਗਾ, ਬਟ ਅਗਰ ਆਪਾਂ ਕੌਨਫੀਡੈਂਸ ਲੈਵਲ ਵਿੱਚ ਹੈਗੇ ਆ ਤਾਂ ਐਗਜ਼ਾਮੀਨਰ ਉਹਦੇ ਵੀ ਬੈਂਡ ਸਕੋਰ ਐਕਸਟਰਾ ਯੂਜ਼ ਦਿੰਦੇ ਆ ਆਪਾਂ ਨੂੰ, ਉਹਦੇ ਵੀ ਆਪਾਂ ਨੂੰ ਮਿਲਦੇ ਆ ਐਕਸਟਰਾ ਬੈਂਡ ਸਕੋਰ। ਸੋ ਇਹ ਟੈਕਨੀਕ ਸੀਗੀ ਜੋ ਤੁਸੀਂ ਯੂਜ਼ ਕਰਨੀਆਂ ਨੇ ਪ੍ਰੋਪਰ ਆਪਦੀ ਸਪੀਕਿੰਗ ਦੇ ਬੈਂਡ ਸਕੋਰ ਜ਼ਿਆਦਾ ਤੋਂ ਜ਼ਿਆਦਾ ਗੇਨ ਕਰਨ ਦੀ। ਓਕੇ, ਦ ਸੈਕਿੰਡ ਵਨ ਇਜ਼ ਅਵੋਇਡ ਰੈਪੀਟੇਸ਼ਨ ਐਂਡ ਰੀਕਰੈਕਸ਼ਨ। ਸੋ ਤੁਸੀਂ ਪੂਰੀ ਸਪੀਕਿੰਗ ਵਿੱਚ ਇੱਕ ਵੀ ਵਰਡ ਰਿਪੀਟ ਨਹੀਂ ਕਰਨਾ ਹੁੰਦਾ ਐਂਡ ਰੀਕਰੈਕਟ ਨਹੀਂ ਕਰਨਾ ਹੁੰਦਾ। ਰੈਪੀਟੇਸ਼ਨ ਦਾ ਮੀਨ ਕੀ ਆ, ਆਪਾਂ ਰੁਕ ਰੁਕ ਕੇ ਆਪਾਂ ਬਿਲਕੁਲ ਇੱਕ ਲਾਈਨ ਨੂੰ ਅਗੇਨ ਐਂਡ ਅਗੇਨ ਬੋਲ ਕੇ ਗੱਲ ਕਰਦੇ ਹਾਂ, ਸੋ ਬਹੁਤ ਉਹ ਗਲਤ ਲੱਗਦਾ, ਬਹੁਤ ਗੰਦਾ ਲੱਗਦਾ ਹੈ, ਸੋ ਉਹਨੂੰ ਅਵੋਇਡ ਕਰੋ। ਐਂਡ ਰੀਕਰੈਕਸ਼ਨ ਮਤਲਬ ਆਪਾਂ ਇੱਕ ਲਾਈਨ ਬੋਲ ਦਿੱਤੀ ਆ, ਫਿਰ ਇੱਕਦਮ ਆਪਾਂ ਨੂੰ ਧਿਆਨ ਆਉਂਦਾ ਕਿ ਮੈਂ ਤਾਂ ਉਹ ਵਰਡ ਗਲਤ ਬੋਲ ਦਿੱਤਾ, ਆਪਾਂ ਅਗੇਨ ਉਸ ਵਰਡ ਨੂੰ ਬੋਲਦੇ ਹਾਂ ਸਹੀ ਕਰੈਕਟ ਕਰਕੇ, ਜਿੱਥੇ ਕੀ ਹੁੰਦਾ ਹੈ ਐਗਜ਼ਾਮੀਨਰ ਨੂੰ ਬਿਲਕੁਲ ਕਰੈਕਟਲੀ ਪਤਾ ਲੱਗ ਜਾਂਦਾ ਕਿ ਤੁਸੀਂ ਇਹ ਮਿਸਟੇਕ ਕਰ ਲਈ ਆ, ਸੋ ਉਹ ਨੈਗੇਟਿਵ ਪੁਆਇੰਟ ਜਾਂਦਾ ਆ। ਸੋ ਬੈਟਰ ਆ ਕਿ ਤੁਸੀਂ ਉਹ ਜੋ ਤੁਸੀਂ ਬੋਲ ਦਿੱਤਾ ਆ ਉਹ ਬੋਲੀ ਰਹਿਣ ਦਿਓ, ਉਹ ਛੱਡੋ ਪਰਾਂ, ਅਤੇ ਤੁਸੀਂ ਆਪਦਾ ਅੱਗੇ ਫੋਕਸ ਕਰੋ, ਆਪਦਾ ਅੱਗੇ ਜੋ ਟੋਪਿਕ ਆ ਉਹਨੂੰ ਇਲੈਬੋਰੇਟ ਕਰੋ, ਬੈਕ ਵਾਲੇ ਰੀਕਰੈਕਟ ਕਰਨ ਤੋਂ ਅੱਛਾ ਹੈ। ਸੋ ਥਰਡ ਵਨ ਇਜ਼ ਅਵੋਇਡ ਸਾਇਲੈਂਸ ਔਰ ਹੈਜ਼ੀਟੇਸ਼ਨ ਐਂਡ ਯੂਜ਼ ਫਿਲਰਸ। ਸੋ ਸਾਇਲੈਂਸ ਅਵੋਇਡ ਕਰੋ, ਇਟ ਮੀਨਸ ਕਿ ਆਪਾਂ ਅਗਰ ਕੋਈ ਕੁਐਸਚਨ ਐਗਜ਼ਾਮੀਨਰ ਨੇ ਪੁੱਟ ਕੀਤਾ ਆ ਤਾਂ ਆਪਾਂ ਚੁੱਪ ਹੋ ਜਾਂਦੇ ਹਾਂ ਕਿ ਮੈਨੂੰ ਤਾਂ ਆਉਂਦਾ ਹੀ ਨਹੀਂ ਹੈਗਾ, ਮੈਂ ਕੀ ਬੋਲਾਂ। ਸੋ ਬੈਟਰ ਆ ਕਿ ਜੋ ਉਸ ਟੋਪਿਕ ਤੋਂ ਰਿਲੇਟ, ਜੋ ਕੁਐਸਚਨ ਤੋਂ ਰਿਲੇਟ ਜਿੰਨਾ ਬੋਲਿਆ ਜਾਂਦਾ, ਤੁਹਾਨੂੰ ਜਿੰਨਾ ਵਧੀਆ ਬੋਲਣਾ ਆ ਰਿਹਾ ਤੁਸੀਂ ਉਹ ਬੋਲੋ। ਬੈਟਰ ਆ ਕਿ ਤੁਸੀਂ ਬਿਲਕੁਲ ਸਾਇਲੈਂਸ ਰਹਿਣ ਤੋਂ। ਸੋ ਬੋਲਣਾ ਆ, ਸਾਇਲੈਂਟ ਕਦੇ ਨਹੀਂ ਰਹਿਣਾ ਹੈਗਾ ਆਨਸਰ ਦੇ ਟਾਈਮ। ਔਰ ਹੈਜ਼ੀਟੇਸ਼ਨ, ਅਫਕੋਰਸ ਹੈਜ਼ੀਟੇਸ਼ਨ ਨਹੀਂ ਲੋ ਕਰਨੀ ਹੈਗੀ। ਅਗਰ ਤੁਸੀਂ ਡਰ ਰਹੇ ਹੋ, ਹੈਜ਼ੀਟੇਟ ਕਰ ਰਹੇ ਹੋ, ਦੈਨ ਤੁਹਾਡਾ ਕੌਨਫੀਡੈਂਸ ਲੈਵਲ ਲੋ ਹੋ ਜਾਂਦਾ ਆ। ਫਿਰ ਕੀ ਹੁੰਦਾ, ਜੋ ਆਪਾਂ ਨੂੰ ਪਤਾ ਹੁੰਦੇ ਨੇ ਪੁਆਇੰਟਸ, ਆਪਾਂ ਉਹ ਵੀ ਅੱਛੀ ਤਰ੍ਹਾਂ ਨਹੀਂ ਇਲੈਬੋਰੇਟ ਕਰ ਪਾਉਂਦੇ ਹੈਗੇ। ਐਂਡ ਯੂਜ਼ ਫਿਲਰਸ। ਸੋ ਫਿਲਰਸ ਯੂਜ਼ ਕਰੋ। ਫਿਲਰਸ ਦਾ ਬੈਟਰ ਮੀਨਿੰਗ ਹੁੰਦਾ ਆ ਕਿ ਜਦੋਂ ਆਪਾਂ ਕਈ ਵਾਰ ਆਪਣਾ ਕਿਊ ਕਾਰਡ ਵਿੱਚ ਜਾਂ ਫਿਰ ਆਪਾਂ ਅਗਰ ਫੋਲੋਅਪ ਦੀ ਗੱਲ ਕਰੀਏ ਜਾਂ ਫਿਰ ਇੰਟਰੋ ਪਾਰਟ ਦੀ ਗੱਲ ਕਰੀਏ ਤਾਂ ਉਹਦੇ 'ਚ ਆਪਾਂ ਫਿਲਰ ਅਗਰ ਸਟਾਰਟਿੰਗ 'ਚ ਯੂਜ਼ ਕਰਦੇ ਹਾਂ ਤਾਂ ਬਹੁਤ ਅਟਰੈਕਟਿਵ ਫੀਲ ਹੁੰਦਾ ਆ। ਐਗਜ਼ਾਮੀਨਰ ਬਹੁਤ ਵਧੀਆ ਫੀਲ ਕਰਦਾ ਇਸ ਚੀਜ਼ ਨੂੰ, ਉਹਨੂੰ ਸੁਣਨ ਵਿੱਚ ਅੱਛਾ ਲੱਗਦਾ ਇਸ ਚੀਜ਼ ਨੂੰ। ਸੋ ਅਗਰ ਆਪਾਂ ਕਿਊ ਕਾਰਡ ਦੀ ਗੱਲ ਕਰੀਏ ਤਾਂ ਲਾਈਕ ਆਪਾਂ ਕਈ ਵਾਰ ਕਿਊ ਕਾਰਡ ਵਿੱਚ ਇਲੈਬੋਰੇਸ਼ਨ ਵਿੱਚ ਇੱਕ ਲਾਈਨ ਬੋਲ ਦਿੰਦੇ ਹਾਂ, ਬਟ ਨੈਕਸਟ ਆਪਾਂ ਨੂੰ ਸੈਕਿੰਡ ਲਾਈਨ ਥੋੜ੍ਹੀ ਜਿਹੀ ਮਾਇੰਡ ਵਿੱਚ ਨਹੀਂ ਆਉਂਦੀ ਉਸੀ ਟਾਈਮ, ਸੋ ਆਪਾਂ ਉਹ ਪੋਜ਼ ਲੈ ਲੈਂਦੇ ਹਾਂ। ਉਹ ਪੋਜ਼ ਆਪਣਾ ਬਹੁਤ ਲੰਬਾ ਚੱਲ ਜਾਂਦਾ ਆ, ਬਟ ਉਹ ਪੋਜ਼ ਨੂੰ ਅਵੋਇਡ ਕਰਨ ਲਈ ਆਪਾਂ ਫਿਲਰ ਵਿੱਚ ਯੂਜ਼ ਕਰਦੇ ਹਾਂ। ਉਹ ਫਿਲਰ ਯੂਜ਼ ਕਰਦੇ ਹਾਂ ਇੰਨੇ ਟਾਈਮ ਤੱਕ ਆਪਾਂ ਨੂੰ ਨੈਕਸਟ ਲਾਈਨ ਆਪਣੀ ਯਾਦ ਆ ਜਾਂਦੀ ਹੈ ਕਿ ਆਪਾਂ ਕੀ ਬੋਲਣਾ ਆ। ਸੋ ਫਿਲਰ ਯੂਜ਼ ਕਰਾਂਗੇ, ਉਹ ਪੋਜ਼ੀਟਿਵ ਪੁਆਇੰਟ ਵਿੱਚ ਜਾਊਗਾ, ਨੈਗੇਟਿਵ ਵਿੱਚ ਨਹੀਂ ਜਾਊਗਾ। ਸੋ ਨੈਕਸਟ ਫੋਰਥ ਇਜ਼ ਡੂ ਮੋਰ ਐਂਡ ਮੋਰ mirror practice and record your voice